ਸਤਿ ਸ਼੍ਰੀ ਅਕਾਲ ਦੋਸਤੋ। ਜਿਵੇਂ ਕਿ ਤੁਸੀਂ ਸਭ ਜਾਣਦੇ ਹੋ, ਕਿਸਾਨੀ ਸੰਘਰਸ਼ ਸਿਖਰ 'ਤੇ ਹੈ। ਦਿੱਲੀ ਘੇਰ ਰੱਖੀ ਹੈ ਕਿਸਾਨਾਂ ਨੇ। ਅਸਲ ਵਿੱਚ ਅਗਰ ਆਪਾਂ NDA ਗੌਰਮੈਂਟ ਦੇ ਪਿਛਲੇ 6 ਸਾਲਾਂ 'ਤੇ ਨਜ਼ਰ ਮਾਰੀਏ ਤਾਂ ਤਕਰੀਬਨ ਹਰ ਕਾਨੂੰਨ ਜੋ ਪਾਰਲੀਮੈਂਟ ਵਿੱਚ ਪਾਸ ਹੋਇਆ ਉਹਨੇ ਕਿਸੇ ਨਾ ਕਿਸੇ ਵਰਗ ਨੂੰ ਪਰੇਸ਼ਾਨ ਕੀਤਾ। ਬਾਕੀ ਇਸ ਵਾਰ ਇਹਨਾਂ 3 ਕਾਨੂੰਨਾਂ ਨੇ ਦੇਸ਼ ਦੇ ਕਿਸਾਨ ਨੂੰ ਬਹੁਤ ਪਰੇਸ਼ਾਨ ਕੀਤਾ, ਕਿਉਂਕਿ ਪੰਜਾਬ ਵਿੱਚ ਤਕਰੀਬਨ ਲੋਕ ਕਿਸਾਨੀ ਨਾਲ ਸੰਬੰਧਿਤ ਨੇ। ਇਸ ਵਾਰ ਪਾਲਾ ਪੈ ਗਿਆ ਪੰਜਾਬੀਆਂ ਨਾਲ, ਅਤੇ ਪੰਜਾਬੀ ਪਿੱਛੇ ਹਟਣ ਦਾ ਨਾਂ ਨਹੀਂ ਲੈਂਦੇ। ਉਹ ਇਹਨਾਂ ਦੀ ਈਨ ਮੰਨਣ ਲਈ ਤਿਆਰ ਨਹੀਂ ਅਤੇ ਉਹ ਡਟੇ ਹੋਏ ਨੇ। ਅਤੇ ਆਸ ਕਰਦੇ ਹਾਂ ਕਿ ਉਹ ਵਾਕਈ ਇਹਨਾਂ ਬਿੱਲਾਂ ਨੂੰ ਵਾਪਿਸ ਕਰਾ ਕੇ ਕਿਸਾਨਾਂ ਦੇ ਹੱਕ ਵਿੱਚ ਆਪਣੀ ਜਿੱਤ ਦਰਜ ਕਰਨਗੇ। ਇੱਦਾਂ ਹੀ ਕੁਛ ਇੱਕ ਨਵੇਂ ਬਿੱਲ ਦੀ ਤਿਆਰੀ ਹੋ ਰਹੀ ਹੈ, ਜਿਹਦੇ ਨਾਲ ਸਾਰੇ ਦੇਸ਼ ਨੂੰ ਸਮੱਸਿਆ ਹੋ ਸਕਦੀ ਹੈ। ਮੈਂ ਉਸ ਬਿੱਲ ਬਾਰੇ ਤੁਹਾਡੇ ਨਾਲ ਕੁਛ ਚਰਚਾ ਕਰਨਾ ਚਾਹੁੰਦਾ। ਅਸਲ ਵਿੱਚ ਆਪਣੇ ਦੇਸ਼ ਵਿੱਚ ਬੈਂਕਿੰਗ ਰਿਲੇਟਿਡ ਇੱਕ ਐਕਟ ਹੈਗਾ, ਬੈਂਕਿੰਗ ਰੈਗੂਲੇਸ਼ਨ ਐਕਟ 1949। ਉਹਦੇ ਤਹਿਤ, ਉਸ ਕਾਨੂੰਨ ਦੇ ਤਹਿਤ ਆਪਣੇ ਦੇਸ਼ ਵਿੱਚ ਜਿਹੜੇ ਕਾਰਪੋਰੇਟ ਘਰਾਣੇ ਆ, ਜਿਹੜੇ ਇੰਡਸਟਰੀਲਿਸਟ ਨੇ, ਉਹਨਾਂ ਨੂੰ ਬੈਂਕਾਂ ਵਿੱਚ ਆਪਣਾ ਜਿਹੜਾ ਸ਼ੇਅਰ ਹੈ, ਜਿਹੜਾ ਸਟੇਕ ਹੈ, ਜਿਹੜੀ ਹਿੱਸੇਦਾਰੀ ਹੈ, ਐਜ਼ ਏ ਪ੍ਰਮੋਟਰ, ਉਹ 15% ਤੋਂ ਜ਼ਿਆਦਾ ਰੱਖਣ ਵਿੱਚ ਮਨਾਹੀ ਹੈ। ਉਹਦੇ ਕੁਛ ਮੁੱਖ ਕਾਰਨ ਇੱਦਾਂ ਨੇ ਕਿ ਅਗਰ ਇੱਕ ਪ੍ਰਾਈਵੇਟ ਬੰਦਾ, ਇੱਕ ਇੰਡਸਟਰੀਲਿਸਟ, ਉਹ ਕਿਸੇ ਬੈਂਕ ਵਿੱਚ ਉਹਦੀ ਹਿੱਸੇਦਾਰੀ ਆਪਦੀ ਜ਼ਿਆਦਾ ਹੋ ਜਾਏਗੀ ਤਾਂ ਉਹ ਖੁਦ ਹੀ ਲੈਂਡਰ ਹੋਏਗਾ, ਖੁਦ ਹੀ ਬੋਰੋਅਰ ਹੋਏਗਾ, ਤਾਂ ਉਹ ਜਿਹੜੇ ਲੋਨ ਨੇ ਉਹ ਨਿਰਪੱਖ ਤਰੀਕੇ ਨਾਲ ਨਹੀਂ ਵੰਡ ਪਾਊਗਾ। ਹੁਣ ਗੱਲ ਇਹ ਹੈ ਕਿ ਇੱਕ ਬੈਂਕ ਜੋ ਹੁੰਦਾ, ਇੱਕ ਪ੍ਰਾਈਵੇਟ ਬੰਦੇ ਨੂੰ, ਇੱਕ ਇੰਡਸਟਰੀਲਿਸਟ ਨੂੰ, ਇੱਕ ਕਾਰਪੋਰੇਟ ਨੂੰ NBFC ਖੋਲ੍ਹਣ ਵਿੱਚ ਕੋਈ ਸਰਕਾਰ ਵੱਲੋਂ ਮਨਾਹੀ ਨਹੀਂ ਹੈਗੀ, ਪੇਮੈਂਟ ਬੈਂਕ ਖੋਲ੍ਹਣ ਵਿੱਚ ਕੋਈ ਮਨਾਹੀ ਨਹੀਂ ਹੈਗੀ, ਪਰ ਇੱਕ ਫੁੱਲ ਫਲੈਜਡ ਬੈਂਕ ਖੋਲ੍ਹਣ ਵਿੱਚ ਰੁਕਾਵਟਾਂ ਤਾਂ ਨੇ ਕਿਉਂਕਿ ਇੱਕ ਬੈਂਕ ਵਿੱਚ ਆਮ ਬੰਦੇ ਦਾ ਪੈਸਾ ਜਮ੍ਹਾਂ ਹੁੰਦਾ। NBFC ਡਿਪੋਜ਼ਿਟ ਨਹੀਂ ਲੈ ਸਕਦੀ, ਪਰ ਇੱਕ ਬੈਂਕ ਡਿਪੋਜ਼ਿਟ ਲੈਂਦਾ। ਜਿਵੇਂ ਕਿ ਤੁਸੀਂ ਪਿਛਲੇ ਕੁਝ ਦਿਨਾਂ ਵਿੱਚ ਦੇਖਿਆ, ਇੱਕ ਯੈਸ ਬੈਂਕ ਫੇਲ ਹੋਣ ਦੀ ਕਗਾਰ 'ਤੇ ਪਹੁੰਚਿਆ ਸੀ, ਉਹਨੂੰ SBI ਨੇ ਕਿਸੇ ਤਰੀਕੇ ਨਾਲ ਸਰਵਾਈਵਲ ਪ੍ਰਦਾਨ ਕੀਤਾ। ਬਾਕੀ ਕਿੰਨੀ ਕੁ ਦੇਰ ਉਹ ਸਰਵਾਈਵ ਕਰੇਗਾ, ਇਹਦੇ ਬਾਰੇ ਆਪਾਂ ਕੁਛ ਕਹਿ ਨਹੀਂ ਸਕਦੇ। PMC ਬੈਂਕ ਪਿੱਛੇ ਜੇ ਫੇਲ ਹੋ ਕੇ ਹਟਿਆ। ਹੁਣ ਗੱਲ ਇਹ ਹੈ ਕਿ ਆਮ ਬੰਦਾ ਬੈਂਕਾਂ ਵਿੱਚ ਪੈਸਾ ਜਮ੍ਹਾਂ ਕਰਾ ਦਿੰਦਾ, ਬਿਲਕੁਲ ਟੈਨਸ਼ਨ ਫਰੀ ਪੈਸਾ ਜਮ੍ਹਾਂ ਕਰਾਉਂਦਾ ਆਇਆ ਹੁਣ ਤੱਕ। ਲੋਕਾਂ ਨੂੰ ਹੁੰਦਾ ਕਿ ਯਾਰ ਮੇਰੇ ਪੈਸੇ ਬੈਂਕ ਵਿੱਚ ਪਏ ਆ, ਕੋਈ ਪਰਵਾਹ ਨਹੀਂ ਹੈਗੀ। ਪਰ ਜਦੋਂ PMC ਬੈਂਕ ਫੇਲ ਹੋਇਆ ਤਾਂ ਕਾਫੀ ਲੋਕਾਂ ਨੂੰ ਪਤਾ ਚੱਲਿਆ ਕਿ ਉਹਨਾਂ ਦਾ ਪੈਸਾ ਬੈਂਕ ਵਿੱਚ ਵੀ ਡੁੱਬ ਸਕਦਾ, ਕਿਉਂਕਿ ਉਦੋਂ ਤੱਕ ਜੋ RBI ਦੀ ਇੱਕ ਸਬਸਿਡਰੀ ਸੀਗੀ ਜਿਹੜੀ ਆਪਣੇ ਡਿਪੋਜ਼ਿਟ ਦਾ ਇੰਸ਼ੋਰੈਂਸ ਕਰਦੀ ਹੈ, ਉਹ 1 ਲੱਖ ਰੁਪਏ ਤੱਕ ਦਾ ਇੰਸ਼ੋਰੈਂਸ ਕਰਦੀ ਸੀ। ਯਾਨੀ ਕਿ ਅਗਰ ਉਹਲੇ ਦਿਨਾਂ ਵਿੱਚ PMC ਬੈਂਕ ਵਿੱਚ ਕਿਸੇ ਦੀ ਚਾਹੇ 20 ਲੱਖ ਦੀ ਵੀ FD ਪਈ ਹੋਏਗੀ, ਉਹਨੂੰ 1 ਲੱਖ ਰੁਪਇਆ RBI ਦੀ ਉਸ ਸਬਸਿਡਰੀ ਦੇਗੀ, ਬਾਕੀ 19 ਲੱਖ ਉਹਦਾ ਮਿੱਟੀ ਹੈ। ਹੁਣ ਗੱਲ ਇਹ ਹੈ ਕਿ ਚਲੋ ਉਸ ਕਾਨੂੰਨ ਵਿੱਚ ਅਮੈਂਡਮੈਂਟ ਹੋਈ ਸੀਗੀ, ਉਹ 1 ਲੱਖ ਨੂੰ ਵਧਾ ਕੇ 5 ਲੱਖ ਕਰ ਦਿੱਤਾ ਗਿਆ, ਪਰ 20 ਲੱਖ ਵਾਲੇ ਨੂੰ 5 ਲੱਖ ਮੁੜਿਆ, 15 ਤਾਂ ਫਿਰ ਵੀ ਉਹਦਾ ਮਿੱਟੀ ਨਾ। ਗੱਲ ਇਹ ਹੈ ਕਿ ਜੇ ਇਹ ਜੋ ਹੁਣ ਨਵਾਂ ਕਾਨੂੰਨ ਲਿਆਉਣ ਦੀ ਕੋਸ਼ਿਸ਼ ਹੋ ਰਹੀ ਹੈ, ਹਜੇ ਤੱਕ ਇਹਦੇ ਵਿੱਚ ਕੀ ਡਿਵੈਲਪਮੈਂਟ ਹੈ ਮੈਂ ਉਹ ਤੁਹਾਨੂੰ ਪਹਿਲੇ ਸਮਝਾ ਦਿਆਂ। RBI ਦੀ ਇੱਕ ਇੰਟਰਨਲ ਵਰਕਿੰਗ ਗਰੁੱਪ ਹੈ RBI ਦਾ, ਉਹਨੇ ਇਹ ਸੁਜੈਸਟ ਕੀਤਾ, ਉਹਨੇ ਇਹ ਸਲਾਹ ਦਿੱਤੀ ਹੈ ਕਿ ਆਪਾਂ ਨੂੰ ਕਾਰਪੋਰੇਟਸ ਨੂੰ ਬੈਂਕਿੰਗ ਦੇ ਲਾਇਸੈਂਸ ਜਾਰੀ ਕਰਨੇ ਚਾਹੀਦੇ ਹੈ, ਜਿਨ੍ਹਾਂ ਨਾਲ ਉਹ ਪ੍ਰਾਈਵੇਟ ਬੈਂਕਾਂ ਵਿੱਚ ਆਪਦਾ ਹਿੱਸੇਦਾਰੀ ਐਜ਼ ਏ ਪ੍ਰਮੋਟਰ, ਜੋ ਕਿ ਪਹਿਲਾਂ 15% ਤੱਕ ਪਰਮਿਸ਼ਨ ਸੀਗੀ, ਉਹਨੂੰ 26% ਤੱਕ ਕਰ ਸਕਦੇ ਆ। ਹੁਣ ਹਿੱਸੇਦਾਰੀ ਵਧਾਉਣ ਦੇ ਵਿੱਚ ਦਿੱਕਤ ਇਹੀ ਹੈ ਕਿ ਖੁਦ ਹੀ ਲੈਂਡਰ ਹੋਣਗੇ, ਖੁਦ ਹੀ ਬੋਰੋਅਰ ਹੋਣਗੇ, ਅਤੇ ਜਿਹੜੇ ਲੋਨ ਨੇ ਉਹ ਅਨਬਾਇਸ ਤਰੀਕੇ ਨਾਲ ਨਹੀਂ ਦਿੱਤੇ। ਮਤਲਬ ਉਹਦੇ ਵਿੱਚ
ਇੱਕ ਤਰਫਾ ਬਾਇਸ ਤਰੀਕੇ ਨਾਲ ਲੋਨ ਜ਼ਿਆਦਾ ਦਿੱਤੇ ਜਾ ਸਕਦੇ ਆ। ਅਤੇ ਉਹਦੇ ਨਾਲ ਕੀ ਹੁੰਦਾ ਕਿ ਇੱਕ ਆਮ ਬੰਦੇ ਦਾ ਜਿਹੜਾ ਪੈਸਾ ਉਸ ਬੈਂਕ ਵਿੱਚ ਜਮ੍ਹਾਂ ਪਿਆ, ਕੱਲ੍ਹ ਨੂੰ ਅਗਰ ਉਹਦੀ ਕੰਪਨੀ ਫੇਲ ਹੁੰਦੀ ਹੈ ਜਾਂ NPA ਬੈਂਕ ਦਾ ਵਾਧਾ ਉਸ ਕਰਕੇ ਜਾਂ ਬੈਂਕ ਫੇਲ ਹੁੰਦਾ, ਤਾਂ ਆਮ ਬੰਦਾ ਜਿਹਦਾ 5 ਲੱਖ ਤੋਂ ਜ਼ਿਆਦਾ ਜਮ੍ਹਾਂ ਉਹਨੂੰ ਮਿਲਣਾ ਤਾਂ ਫਿਰ 5 ਲੱਖ ਹੀ ਹੈ। ਕੁੱਲ ਮਿਲਾ ਕੇ ਜੇ ਇੱਦਾਂ ਕਾਰਪੋਰੇਟਸ ਦਾ ਹਿੱਸਾ ਬੈਂਕਾਂ ਵਿੱਚ ਵੱਧਦਾ ਰਹੇਗਾ, ਤਾਂ ਅਗਰ ਉਹ ਬੈਂਕ ਕੱਲ੍ਹ ਨੂੰ ਫੇਲ ਹੁੰਦੇ ਆ ਤਾਂ ਇੱਕ ਲੀਗਲ ਤਰੀਕੇ ਨਾਲ ਆਮ ਬੰਦੇ ਦੀ ਜੇਬ ਵਿੱਚੋਂ ਪੈਸਾ ਕੱਢ ਕੇ ਵਾਇਆ ਬੈਂਕ ਕਾਰਪੋਰੇਟਸ ਦੀ ਜੇਬ ਵਿੱਚ ਪੈਸਾ ਚਲਾ ਗਿਆ ਤੁਹਾਡਾ, ਜੋ ਕਿ ਖੁਦ ਲੈਂਡਰ ਨੇ, ਖੁਦ ਹੀ ਬੋਰਰ ਨੇ। ਅਤੇ ਉਹ ਕਦੇ ਵੀ ਜੇ ਉਹਨਾਂ ਦਾ ਬਿਜ਼ਨਸ ਦਾ ਰਿਸਕ ਤੁਹਾਡਾ ਰਿਸਕ ਹੋ ਗਿਆ, ਉਹਨਾਂ ਦੇ ਬਿਜ਼ਨਸ ਦਾ ਰਿਸਕ, ਉਹਨਾਂ ਦੇ ਬੈਂਕ ਦਾ ਰਿਸਕ ਹੋ ਗਿਆ, ਜੇ ਬਿਜ਼ਨਸ ਫੇਲ, ਬੈਂਕ ਫੇਲ, ਸਮਝੋ ਤੁਸੀਂ ਫੇਲ। ਆਲਦੋ ਤੁਹਾਡਾ ਉਹਨਾਂ ਦੇ ਬਿਜ਼ਨਸ ਵਿੱਚ ਡਾਇਰੈਕਟ ਕੋਈ ਸ਼ੇਅਰ ਨਹੀਂ ਹੈਗਾ, ਕੁਛ ਨਹੀਂ ਹੈਗਾ, ਪਰ ਫਿਰ ਵੀ ਕਿਉਂਕਿ ਉਹਨਾਂ ਨੂੰ ਜੋ ਮੋਨੀਟਰ ਕਰਨ ਵਾਲਾ ਹੈ ਉਹ RBI ਹੈ, ਉਹਨਾਂ ਬੈਂਕਾਂ ਨੂੰ ਮੋਨੀਟਰ ਕਰਨ ਵਾਲਾ। ਪਰ RBI ਦੇ ਵੀ ਹੱਥ ਖੜ੍ਹੇ ਹੋ ਜਾਂਦੇ ਆ ਜਦੋਂ ਬੈਂਕ ਫੇਲ ਹੁੰਦਾ। ਉਦੋਂ ਬਸ RBI ਦੀ ਇੱਕ ਇੰਸ਼ੋਰੈਂਸ ਦੇਣ ਵਾਲੀ ਸਬਸਿਡਰੀ ਹੈ ਜਿਹੜੀ ਤੁਹਾਨੂੰ 5 ਲੱਖ ਰੁਪਇਆ ਦੇਗੀ ਕਾਨੂੰਨ ਤੌਰ 'ਤੇ, ਤੁਸੀਂ ਉਸ ਤੋਂ ਵੱਧ ਕੁਛ ਵੀ ਨਹੀਂ ਡਿਮਾਂਡ ਕਰ ਸਕਦੇ। ਸੋ ਹਜੇ ਤੱਕ ਤਾਂ ਇੰਟਰਨਲ ਵਰਕਿੰਗ ਗਰੁੱਪ ਨੇ ਸਿਰਫ ਇਹ ਸਲਾਹਾਂ ਹੀ ਦਿੱਤੀਆਂ, ਪਰ ਕਿਸਾਨੀ ਬਿੱਲਾਂ ਵੇਲੇ ਵੀ ਪਹਿਲਾਂ ਇੱਦਾਂ ਸਲਾਹਾਂ ਤੋਂ ਗੱਲ ਸ਼ੁਰੂ ਹੋਈ ਸੀ, ਫਿਰ ਆਰਡੀਨੈਂਸ ਆ ਗਏ ਅਤੇ ਫਿਰ ਬਿੱਲ ਲਏ ਹੋਏ ਅਤੇ ਫਿਰ ਉਹ ਬਿੱਲ ਪਾਸ ਵੀ ਹੋ ਗਏ ਅਤੇ ਹੁਣ ਕਾਨੂੰਨ ਵੀ ਬਣ ਗਏ। ਇੱਦਾਂ ਹੀ ਇਹ ਜੋ ਬੈਂਕਿੰਗ ਰੈਗੂਲੇਸ਼ਨ ਐਕਟ 1949 ਹੈ, ਇਹਦੇ ਵਿੱਚ ਅਮੈਂਡਮੈਂਟ ਕਰਵਾਉਣ ਲਈ ਇਹ ਬਿੱਲ ਲਿਆਂਦੇ ਜਾਣਗੇ ਜਦੋਂ ਵੀ ਅਗਲਾ ਪਾਰਲੀਮੈਂਟਰੀ ਸੈਸ਼ਨ ਹੋਏਗਾ। ਅਗਰ ਇਹਨਾਂ ਨੂੰ ਕਾਹਲ ਨਾ ਹੋਈ ਤਾਂ, ਅਗਰ ਜੇ ਜ਼ਿਆਦਾ ਕਾਹਲੀ ਕਰਨਗੇ ਤਾਂ ਪਹਿਲਾਂ ਆਰਡੀਨੈਂਸ ਲੈ ਆਉਣਗੇ। ਹੁਣ ਇਸ ਚੀਜ਼ 'ਤੇ ਆਪਣੇ ਦੇਸ਼ ਦੇ ਸਾਬਕਾ ਗਵਰਨਰ RBI ਰਘੂ ਰਾਮ ਰਾਜਨ ਜੀ ਅਤੇ ਡਿਪਟੀ ਗਵਰਨਰ ਵਿਰਲ ਆਚਾਰਿਆ ਜੀ ਨੇ ਬੜੀ ਤੇਜ਼ ਤਰਾਰ ਆਪੱਤੀ ਜਤਾਈ ਹੈ। ਉਹਨਾਂ ਨੇ ਇਸ ਗੱਲ ਦੀ ਐਸੇ ਬਿੱਲਾਂ ਨੂੰ ਇਹਨਾਂ ਟਾਈਮਾਂ 'ਤੇ ਲਿਆਉਣ ਦੇ ਵਿੱਚ ਟਾਈਮਿੰਗ 'ਤੇ ਸਵਾਲ ਖੜ੍ਹੇ ਕੀਤੇ ਆ, ਕਿਉਂਕਿ ਹਾਲ ਹੀ ਦਿਨਾਂ ਵਿੱਚ ਯੈਸ ਬੈਂਕ ਫੇਲ ਹੋ ਕੇ ਹਟਿਆ। ਕੁਛ ਦੇਰ ਪਹਿਲਾਂ ਇੱਕ IL&FS ਬੈਂਕ ਹੈਗਾ, ਉਹ ਫੇਲ ਹੋ ਕੇ ਹਟਿਆ। PMC ਫੇਲ ਹੋ ਕੇ ਹਟਿਆ। ਮਤਲਬ ਜਦੋਂ ਇੰਨੇ ਬੈਂਕ ਫੇਲ ਹੋ ਰਹੇ ਨੇ, ਤੁਸੀਂ ਉਹਨਾਂ ਦਿਨਾਂ ਵਿੱਚ ਇੰਡਸਟਰੀਅਲਿਸਟ ਦੀ, ਕਾਰਪੋਰੇਟ ਦੀ ਜਿਹੜੀ ਸਟੇਕ ਵਧਾ ਕੇ, ਜੋ ਕਿ ਪਹਿਲਾਂ ਹੀ ਰਿਸਕੀ ਹੋ ਰੱਖਿਆ ਕੰਮ, ਤੁਸੀਂ ਹੋਰ ਰਿਸਕੀ ਕਰਨ ਜਾ ਰਹੇ ਹੋ, ਉਹਦੀ ਲੋੜ ਕੀ ਹੈ? ਇਸ ਗੱਲ ਨੂੰ ਕੁਐਸਚਨ ਕੀਤਾ ਉਹਨਾਂ। ਹੁਣ ਮੈਂ ਇਹ ਵੀਡੀਓ ਤਾਂ ਬਣਾ ਰਿਹਾ ਕਿ ਇੱਕ ਆਮ ਬੰਦੇ ਨੂੰ ਇਹਨਾਂ ਚੀਜ਼ਾਂ ਦੀ ਜਾਗਰੂਕਤਾ ਹੋਣੀ ਚਾਹੀਦੀ ਹੈ। ਹੁਣ ਪਾਰਲੀਮੈਂਟਰੀ ਸੈਸ਼ਨ ਅਗਲਾ ਦੇਖੋ ਕਦੋਂ ਆਉਂਦਾ, ਹੁਣ ਵਿੰਟਰ ਸੈਸ਼ਨ ਆਏਗਾ, ਅਤੇ ਉਸ ਤੋਂ ਪਹਿਲਾਂ ਤੁਹਾਨੂੰ ਇਹਨਾਂ ਚੀਜ਼ਾਂ ਦੀ ਬੇਸਿਕ ਨੌਲੇਜ ਹੋਣੀ ਚਾਹੀਦੀ ਹੈ। ਇਹਦੇ ਬਾਰੇ ਪੜ੍ਹੋ, ਬੈਂਕਿੰਗ ਰੈਗੂਲੇਸ਼ਨ ਐਕਟ 1949 ਪੜ੍ਹੋ, ਫਿਰ RBI ਦੀ ਇੰਟਰਨਲ ਵਰਕਿੰਗ ਗਰੁੱਪ ਦੀ ਜੋ ਸਲਾਹਾਂ ਨੇ ਇਹਨਾਂ ਬਾਰੇ ਪੜ੍ਹੋ, ਫਿਰ ਜੋ ਰਘੂ ਰਾਮ ਰਾਜਨ ਜੀ ਨੇ ਜਾਂ ਵਿਰਲ ਆਚਾਰਿਆ ਜੀ ਨੇ ਇਹਦੇ 'ਤੇ ਆਪਦਾ ਪੱਖ ਰੱਖਿਆ ਉਹਦੇ ਬਾਰੇ ਪੜ੍ਹੋ, ਅਤੇ ਫਿਰ ਤੁਸੀਂ ਇੱਕ ਆਪਣਾ ਓਪੀਨੀਅਨ ਬਣਾਓ, ਤਾਂ ਜੋ ਜਦੋਂ ਤੱਕ ਇਹ ਬਿੱਲ ਪਾਰਲੀਮੈਂਟ 'ਚ ਆਉਣ ਤੁਸੀਂ ਇਹਦੇ 'ਤੇ ਸਟੱਡੀ ਕੀਤੀ ਹੋਵੇ ਅਤੇ ਤੁਹਾਨੂੰ ਪਤਾ ਹੋਵੇ ਕੀ ਸਹੀ ਹੈ ਅਤੇ ਕੀ ਗਲਤ ਹੈ। ਮੈਂ ਉਮੀਦ ਕਰਦਾ ਕਿ ਤੁਸੀਂ ਜ਼ਰੂਰ ਇਹਦੇ ਬਾਰੇ ਪੜ੍ਹੋਗੇ। ਧੰਨਵਾਦ, ਥੈਂਕ ਯੂ।